ਬਟਾਲਾ ਵਾਸੀਆਂ ਨੂੰ ਹੁਣ ਕੂੜੇ ਤੋਂ ਰਾਹਤ ਮਿਲ ਜਾਏਗੀ। ਬਟਾਲਾ ਵਿੱਚ ਹੁਣ ਸਰਕਾਰ ਵੱਲੋਂ ਕੂੜੇ ਨੂੰ ਖਤਮ ਕਰਨ ਅਤੇ ਇਸ ਤੋਂ ਮੁਨਾਫਾ ਖੱਟਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੂੜਾ ਪਿਟਸ ਬਣਾਈਆਂ ਜਾ ਰਹੀਆਂ ਹਨ। 50 ਵਾਰਡ ਵਾਲੇ ਬਟਾਲਾ ਸ਼ਹਿਰ ਵਿੱਚ 12 ਵਾਰਡਾਂ ਵਿੱਚ ਕੂੜੇ ਤੋਂ ਖਾਦ ਬਣਾਈ ਜਾ ਰਹੀ ਹੈ। ਖਾਦ ਬਣਾਉਣ ਦਾ ਕੰਮ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ। ਇਸ ਕਾਰਨ ਹੁਣ ਜਿੱਥੇ ਬਟਾਲਾ ਵਾਸੀਆਂ ਨੂੰ ਜਲਦ ਹੀ ਕੂੜੇ ਤੋਂ ਨਿਜਾਤ ਮਿਲੇਗੀ, ਉੱਥੇ ਬਟਾਲਾ ਨਗਰ ਨਿਗਮ ਨੂੰ ਇੱਕ ਖਾਦ ਵੇਚ ਕੇ ਮੁਨਾਫਾ ਵੀ ਹੋਵੇਗਾ। ਇਸ ਚੱਲ ਰਹੇ ਪ੍ਰੋਜੈਕਟ ਨੂੰ ਲੈ ਕੇ ਕੰਪਨੀ ਦੇ ਅਧਿਕਾਰੀ ਰਾਹੁਲ ਅਤੇ ਐਸਡੀਐਮ ਬਟਾਲਾ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਟਾਲਾ ਵਿੱਚ ਕੂੜੇ ਦੀਆਂ 3 ਪਿਟਸ ਲਗਾਈਆਂ ਗਈਆਂ ਹਨ। ਅਸੀਂ ਗਿੱਲਾ ਸੁੱਕਾ ਕੂੜਾ ਵੱਖੋ-ਵੱਖ ਕਰਦੇ ਹਾਂ ਤੇ ਗਿੱਲੇ ਕੂੜੇ ਤੋਂ ਖਾਦ ਬਣਾਉਂਦੇ ਹਾਂ ਤੇ ਸੁੱਕੇ ਕੂੜੇ ਨੂੰ ਵੱਖੋ-ਵੱਖ ਕਰਕੇ ਉਸ ਨੂੰ ਸਰਕਾਰ ਵੱਲੋਂ ਕਬਾੜੀਆਂ ਨੂੰ ਵੇਚਿਆ ਜਾਵੇਗਾ। ਇਸ ਸਕੀਮ ਨਾਲ ਜਿੱਥੇ ਸ਼ਹਿਰ ਵਿੱਚੋਂ ਕੂੜਾ ਖਤਮ ਹੋ ਜਾਵੇਗਾ, ਉੱਥੇ ਸਰਕਾਰ ਨੂੰ ਵੀ ਮੁਨਾਫਾ ਹੋਵੇਗਾ। ਉਹਨਾਂ ਦੱਸਿਆ ਕਿ ਬਟਾਲਾ ਦੀਆਂ 50 ਵਾਰਡਾਂ ਨੂੰ ਅਗਲੇ 6 ਮਹੀਨਿਆਂ ਅੰਦਰ ਕੂੜਾ ਮੁਕਤ ਕਰ ਦਿੱਤਾ ਜਾਵੇਗਾ। देखो ਜਿਹੜਾ ਬਟਾਲਾ ਹੈਗਾ ਆਪਣਾ ਸ਼ਹਿਰ, ਸਭ ਤੋਂ ਵੱਡੀ ਇਹਦੀ ਸਮੱਸਿਆ ਹੈ ਕੂੜਾ। ਕੂੜੇ ਦਾ ਇਹ ਹੱਲ ਨਹੀਂ ਹੈਗਾ ਕਿ ਇੱਕ ਜਗ੍ਹਾ ਤੋਂ ਚੱਕ ਕੇ ਅਸੀਂ ਦੂਜੀ ਜਗ੍ਹਾ ਰੱਖਤਾ। ਹੁਣ ਇਹਦਾ ਹੱਲ ਕੀ ਹੈਗਾ? ਕੂੜਾ 2 ਪ੍ਰਕਾਰ ਦਾ ਹੁੰਦਾ ਹੈ। ਇੱਕ ਹੁੰਦਾ ਹੈ ਗਿੱਲਾ ਕੂੜਾ, ਇੱਕ ਹੁੰਦਾ ਹੈ ਸੁੱਕਾ ਕੂੜਾ। ਗਿੱਲਾ ਕੂੜਾ ਉਹ ਹੈ ਜਿਹੜਾ ਮਿੱਟੀ 'ਚ ਮਿਲ ਕੇ ਖਾਦ ਬਣਾ ਦਿੰਦਾ, ਜਿਹੜਾ ਆਪਣਾ ਕਿਚਨ ਵੇਸਟ ਹੈ। ਸੁੱਕਾ ਕੂੜਾ ਜਿਵੇਂ ਕੋਈ ਪਲਾਸਟਿਕ ਹੋ ਗਿਆ, ਜੋ ਕਿ ਡੀਗਰੇਡ ਨਹੀਂ ਹੁੰਦਾ। ਪਹਿਲੀ ਗੱਲ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੂੰਗੀ ਕਿ ਹਰ ਘਰ ਆਪਣਾ ਗਿੱਲਾ ਤੇ ਸੁੱਕਾ ਕੂੜਾ ਅੱਡ-ਅੱਡ ਰੱਖੇ। ਜਦੋਂ ਤੁਹਾਡਾ ਗਿੱਲਾ ਕੂੜਾ ਅੱਡ ਹੋ ਗਿਆ, ਉਹਨੂੰ ਆਪਾਂ ਪਿੱਟਾਂ 'ਚ ਪਾਉਂਦੇ ਹਾਂ। ਪਿਟਸ ਬਣਾ ਕੇ ਉਹਦੀ ਪ੍ਰੋਪਰ ਏਰੀਏਸ਼ਨ ਕੀਤੀ ਜਾਂਦੀ ਹੈ, ਉਹ ਬਣਦੀ ਹੈ ਸਾਡੀ ਖਾਦ। ਕਾਰਪੋਰੇਸ਼ਨ ਇਸ ਵੇਲੇ 3 ਜਗ੍ਹਾ ਸਾਈਟਸ 'ਤੇ ਆਪਣੀਆਂ ਪਿੱਟਾਂ ਲੱਗੀਆਂ ਹੋਈਆਂ ਹੈ। 47 ਪਿਟਸ ਆਪਣੀ ਭੰਡਾਰੀ ਮੱਲੇ ਹੈਗੀ ਹੈ, ਨਾਈਟ ਸ਼ੈਲਟਰ ਕੋਲ ਹੈ, ਬੱਸ ਸਟੈਂਡ ਕੋਲ ਹੈ। ਪਹਿਲੀ ਗੱਲ, ਉੱਥੇ ਨਾ ਤਾਂ ਕੋਈ ਸਮੈਲ ਆਉਂਦੀ ਆ, ਨਾ ਕੋਈ ਮੱਖੀ ਮੱਛਰ। ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰੂੰਗੀ, ਇੱਕ ਵਾਰੀ ਉੱਥੇ ਜਾ ਕੇ ਜ਼ਰੂਰ ਵਿਜ਼ਿਟ ਕਰੋ, ਤਾਂ ਕਿ ਤੁਹਾਡੇ ਦਿਮਾਗ 'ਚ ਕੋਈ ਪ੍ਰੀ ਕਨਸੀਵਡ ਨੋਸ਼ਨ, ਨੈਗੇਟਿਵ ਧਾਰਨਾ ਨਾ ਹੋਵੇ। ਇਸ ਪਿੱਟਾਂ 'ਚ ਜਦੋਂ ਗਿੱਲਾ ਕੂੜਾ ਪਾਉਂਦੇ ਹਾਂ, ਇਹਦੀ ਖਾਦ ਬਣਦੀ ਹੈ। ਇਹ ਖਾਦ ਕਾਰਪੋਰੇਸ਼ਨ ਫ੍ਰੀ ਆਫ ਕਾਸਟ ਵੀ ਦੇ ਰਹੀ ਹੈ, ਪਲੱਸ ਜਿਹਨੂੰ ਕੋਈ ਸੇਲ ਕੀਤੀ ਜਾਵੇ ਤਾਂ ਕਿ ਕਾਰਪੋਰੇਸ਼ਨ ਦਾ ਰੈਵਨਿਊ ਵਧੇ, ਉਹ ਵੀ ਕੀਤੀ ਜਾ ਰਹੀ ਹੈ। ਲੋਕੀ ਆਪਣੀ ਨਰਸਰੀਆਂ 'ਚ ਲੈ ਕੇ ਜਾਂਦੇ ਨੇ, ਆਪਣੇ ਲੌਨਸ ਲੈ ਕੇ ਜਾਂਦੇ ਨੇ। ਜਿੱਥੋਂ ਤੱਕ ਗੱਲ ਹੈ ਸੁੱਕੇ ਕੂੜੇ ਦੀ, ਬਹੁਤ ਵਧੀਆ ਤਰੀਕੇ ਨਾਲ ਸੁੱਕੇ ਕੂੜੇ ਦੀ ਬੇਲਸ ਬਣਾਈਆਂ ਜਾ ਰਹੀਆਂ ਨੇ। ਅਸੀਂ ਕਬਾੜੀਆਂ ਨਾਲ ਟਾਈ ਅਪ ਕੀਤਾ ਹੈਗਾ ਹੈ। ਪੰਜਾਬ ਨੇ ਹੀ ਇੱਕ ਸ਼ਿਵ ਸ਼ਕਤੀ ਪਲਾਸਟਿਕ ਨਾਲ ਕੰਟਰੈਕਟ ਕੀਤਾ ਹੋਇਆ ਹੈ, ਜਿਹੜਾ 2 ਰੁਪਏ ਪਰ ਕਿਲੋ ਦੇ ਹਿਸਾਬ ਨਾਲ ਉਹ ਲੈ ਕੇ ਜਾਂਦਾ ਹੈ ਜੀ ਸਾਡੇ ਕੋਲ। ਸੋ ਦੈਟ ਐਡਸ ਟੂ ਦੀ ਰੈਵਨਿਊ ਆਫ ਦੀ ਕਾਰਪੋਰੇਸ਼ਨ। ਇਸ ਵੇਲੇ ਸਾਡੀ 12 ਵਾਰਡਸ ਜਿਹੜੀਆਂ ਹੈਗੀਆਂ, ਉਹਨਾਂ 'ਚ ਡੋਰ ਟੂ ਡੋਰ ਕਲੈਕਸ਼ਨ ਹੋ ਰਹੀ ਹੈ। ਨੈਕਸਟ ਅਭਿਆਨ ਅਸੀਂ 50 ਪਿੱਟਾਂ ਦਾ ਚਲਾਇਆ ਹੈਗਾ ਜੀ ਭੰਡਾਰੀ ਮੱਲੇ। ਜਨਤਾ ਸਾਨੂੰ ਕੋਆਪਰੇਟ ਕਰ ਰਹੀ ਹੈ ਐਂਡ ਮੈਂ ਇਹੀ ਸਹਿਯੋਗ ਤੁਹਾਡੇ ਤੋਂ ਚਾਹਾਂਗੀ। ਕੁਝ ਲੋਕਾਂ ਦੇ ਮਨ 'ਚ ਐਪਰੀਹੈਂਸ਼ਨ ਸੀਗੀਆਂ ਕਿ ਇਹਦੇ ਨਾਲ ਹੋ ਸਕਦਾ ਹੈ ਸਾਡੇ ਰੈਜ਼ੀਡੈਂਸ਼ੀਅਲ ਏਰੀਆ 'ਚ ਸਮੈਲ ਫੈਲ ਜਾਏ। ਇੱਦਾਂ ਦਾ ਕੁਝ ਨਹੀਂ ਹੈਗਾ। ਤੁਸੀਂ ਇੱਕ ਵਾਰੀ ਜਾ ਕੇ ਵਿਜ਼ਿਟ ਕਰੋ, ਤੁਹਾਡੇ ਸਾਰੇ ਫੀਅਰਸ ਦੂਰ ਚਲੇ ਜਾਣਗੇ। ਦੂਸਰੀ ਆਪਣੀ ਸਾਈਟ ਆਪਾਂ ਬਕਰਖਾਨੇ ਆਈਡੈਂਟੀਫਾਈ ਕੀਤੀ ਹੈ, ਉਹਦਾ ਕੰਮ ਵੀ ਜਲਦੀ ਸਟਾਰਟ ਹੋ ਜਾਏਗਾ। ਬਟ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹਾਂਗੀ, ਮੇਨ ਕਨਸੈਪਟ ਕੀ ਹੈਗਾ ਇਹਦੇ ਪਿੱਛੇ, ਜਿਹੜਾ ਵੱਡੇ ਸ਼ਹਿਰਾਂ 'ਚ ਚੱਲ ਰਿਹਾ ਹੈ, ਡੀਸੈਂਟਰਲਾਈਜੇਸ਼ਨ। ਮੇਰਾ ਕੂੜਾ ਮੇਰੀ ਜ਼ਿੰਮੇਵਾਰੀ, ਮਤਲਬ ਮੇਰੀ ਵਾਰਡ ਦਾ ਕੂੜਾ ਹੈ, ਉਹਦੀ ਸੰਭਾਲ ਉਸ ਵਾਰਡ 'ਚ ਹੀ ਹੋਵੇ। ਹਰ ਵਾਰਡ ਸਾਨੂੰ ਦੱਸੇ ਕਿ ਅਸੀਂ ਇੱਥੇ 6 ਪਿੱਟਾਂ ਬਣਾ ਸਕਦੇ ਹਾਂ, ਉੱਥੇ ਹੀ ਉਹਦਾ ਗਿੱਲਾ ਸੁੱਕਾ ਕੂੜਾ ਅਲੱਗ ਕਰਕੇ ਉਹਦੀ ਬਣਾਈ ਜਾਵੇ। ਇਹਨੂੰ ਆਪਾਂ ਮਾਈਕਰੋ ਪ੍ਰੋਸੈਸਿੰਗ ਸਾਈਟਸ ਕਵਾਂਗੇ। ਸੋ ਆਈ ਐਮ ਯੈਟ ਟੂ ਆਈਡੈਂਟੀਫਾਈ ਦੋਜ਼ ਸਾਈਟਸ। ਕੋਈ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕਿ ਸਾਡੀ ਵਾਰਡ 'ਚ ਇੰਨੀ ਏਰੀਆ ਲੈਂਡ ਅਵੇਲੇਬਲ ਹੈਗੀ ਹੈ ਤੇ ਉੱਥੇ ਇਹ ਪਿੱਟਾਂ ਲਾ ਦਿੱਤੀਆਂ ਜਾਣ। ਮੈਂ ਤੁਹਾਨੂੰ ਅਸ਼ੋਰ ਕਰਦੀ ਹਾਂ, ਜੇ ਤੁਸੀਂ ਮੈਨੂੰ ਇਹ ਸਹਿਯੋਗ ਦਿਓਗੇ, ਅਗਲੇ ਆਉਣ ਵਾਲੇ 6 ਮਹੀਨੇ 'ਚ ਬਟਾਲਾ ਨੂੰ ਆਪਾਂ ਕੂੜਾ ਮੁਕਤ ਕਰ ਦਾਂਗੇ। ਧੰਨਵਾਦ। ਕੀ ਨਾਮ ਹੈ ਜੀ? मेरा नाम राहुल टिलौर है। मैं फीडबैक फाउंडेशन चैरिटेबल ट्रस्ट संस्था से जुड़ा हुआ हूँ और अभी हम फ़िलहाल जो है कॉरपोरेशन के साथ मिलके गोदरेज का एक प्रोजेक्ट चल रहा है, जिसमें कॉरपोरेशन के इनिशिएशंस के साथ बटाला को हमें ज़ीरो वेस्ट सिटी बनाना है और इसको एक सर्कुलर इकनॉमी मॉडल में लेके आना है। उसी के तहत अभी हम लोग बटाला में 12 वार्ड्स कवर कर रहे हैं, जिसमें हमारे सफाई साथी जाते हैं घर घर, वहाँ से कलेक्शन करके लेके आते हैं। और कलेक्शन होता है 4 कैटेगरी में: गीला कूड़ा, सूखा कूड़ा, डोमेस्टिक बायोमेडिकल वेस्ट और हजार्डस वेस्ट। इन चारों कैटेगरी में अलग अलग कूड़ा जो आता है, वापस सेंटर में आने के बाद अलग अलग प्रोसेस होता है। जैसे गीला कूड़ा हो गया, गीले कूड़े को प्रोसेस करते हैं कंपोस्ट बनाने के लिए, चॉप करते हैं, बायोकल्चर मिक्स करते हैं, उसके बाद पिट्स में डाल देते हैं ताकि इसका कंपोस्ट बन सके, जो कि हमारा ऑलमोस्ट 60% होता है पूरे वेस्ट का।
उसके बाद यानी कि 60% हमने डंप में जाने से रोक दिया। उसके बाद आता है हमारा ड्राई वेस्ट जो होता है 35%। वो ड्राई वेस्ट फर्दर कैटेगराइज होता है सेंटर पे आने के बाद सेकेंडरी सॉर्टिंग में। उसमें कैटेगराइज करते हैं हम पेपर, प्लास्टिक, मेटल, ग्लास, रबर, फैब्रिक, लेदर, ये 7 कैटेगरी में। ये कैटेगरीज चली जाती हैं सेग्रीगेटेड करने के बाद बेल करके वेंडर्स को सप्लाई हो जाती है ताकि ये रिसाइकल हो सके। उसके बाद सर डोमेस्टिक बायोमेडिकल अभी जो है कॉरपोरेशन तैयारी कर रहा है इसको मैनेज करने का किसी एजेंसी के साथ, उसका भी चल रहा है कोशिश। और ई वेस्ट आता है पर वो ड्राई वेस्ट के साथ मिक्स ही होता है, वो हम यहीं पे सेग्रीगेट करके अलग स्टोर कर लेते हैं। कितने पिट्स बटाला में चल रहे हैं, कितना टारगेट? अभी फ़िलहाल सर बटाला में 3 सेंटर हैं जो काम कर रहे हैं। एक बस स्टैंड MRF सेंटर, दूसरा नाइट शेल्टर MRF सेंटर, तीसरा है भंडारी मोहल्ला MRF सेंटर। और फिलहाल अभी जो है एक प्रपोजल और है भंडारी को एक्सटेंड करने का, उस पर काम चल रहा है। वहाँ पे भी पिट्स बनेंगे और पूरा सैनिटेशन पार्क में कन्वर्ट हो जाएगा वो। उस पार्क में हम 10 वार्ड्स और ओपन करेंगे जिसको मैनेज करेंगे। जो ये आप खाद बेचते हो, ये जो बायो वेस्ट बेचते हो आप, इसका मुनाफा किसको हो रहा है? सर ये सारा का सारा जितना भी सेल होता है वो सारा का सारा कॉरपोरेशन के अकाउंट में जाता है। इसका हमसे कोई रिलेशन नहीं, ना हम कॉरपोरेशन से कुछ लेते हैं ना हम कुछ देते हैं। हमारा सिर्फ टेक्निकल सपोर्ट है और जितना भी इसका प्रॉफिट होता है, जो सेल होता है, वो सारा का सारा कॉरपोरेशन के अकाउंट में जाता है। खाद कैसे बनाई जाती है? सर ये कंपोस्टिंग के लिए क्या होता है, जितना भी वेट वेस्ट आता है हमारा, उसको सेग्रीगेटेड लेने के बाद यहाँ पर अपने MRF सेंटर में चॉपिंग की जाती है। चॉपिंग करने के बाद उसमें बायोकल्चर मिक्स करते हैं। बायोकल्चर मिक्स करने के बाद इसको हम अपने पिट्स में डाल देते हैं। पिट्स में डालने के बाद एक बार जब पिट्स हमारा फुल हो जाता है उसको कवर कर देते हैं। फिर 7 से 12 दिन के लिए छोड़ देते हैं। उसके बाद उसका हर 7 to 10 डेज़ में हम टर्निंग करते हैं। उस टर्निंग के दौरान ही करते करते क्या होता है, ये लगभग 30 से 30 दिन में जो है हाफ मैच्योर हो जाता है। उसके बाद 45 से 60 दिन के अंदर ये पूरा का पूरा फाइनल कंपोस्ट में कन्वर्ट हो जाता है। जो पेस्टिसाइड फीड है और आपकी फीड है, क्या इसमें डिफरेंस है? सर पेस्टिसाइड फील्ड जो है केमिकल बेस्ड है सारा का सारा। ये 100% ऑर्गेनिक है। इसमें फ्रूट्स, वेजिटेबल्स और जितना भी ऑर्गेनिक कंपोनेंट है सिर्फ वो है जिसको लोग वेस्ट समझ के फेंक देते हैं। पर ये एक रॉ मटेरियल है, रिसोर्स है जो हमारी धरती को रिजनोवेट कर सकता है। ऑर्गेनिक मटेरियल है। ऑर्गेनिक के नाम पे मार्केट में आजकल बहुत कुछ बिक रहा है। ये सारा ऑर्गेनिक कंपोस्ट है। यूज़ करेंगे तो हमारा केमिकल इम्पैक्ट कम हो जाएगा खेतों के अंदर। तो कितने टन मटीरियल से कितने खाद तैयार होती है? ये सर लगभग हमारा 1:5 का रेशो होता है। तो मान लो हमने 4 टन एक अपने पिट में डाला है तो उससे हमारा 400 से 500 kg कंपोस्ट रेडी होता है।